जी का खालसा वाहिगुरु जी की फतेह। परम सम्मानयोग सतगुरु जी दे हजूर जुड़ मिल बैठे रब रूप गुरमुख सत्संगी जन, सतगुरु जी की बख्शिश महरामत का सदका गुरु चरणों में जुड़ के बहन का सुभाग समा नसीब होया। सतगुरु जी की बख्शिश नाल गुरु दर ते जुड़ के वाहिगुरु नाल जुड़न का निमाणा जिहा उपराला यतन कर रहे हैं। अज का यह पावन वचन सतगुरु गुरु अमरदास महाराज जी ने सानू कृपा करके बख्शिया। सतगुरु गुरु अमरदास महाराज रहमत करदियां समझाउंदे ने जो मनुख गुरु दे शब्द विच अपने आप नूं मार लेंदे ने, ओही सही मायने विच जीवन जिउंदे ने। जिन्हां ने गुरु दे शब्द राहीं अपने आप नूं मार लिया, अपनी मैं नूं मार लिया, गुरु दे शब्द मुताबिक जिहड़े जीवन जिउण लग पे, अपने मन दे मगर तुरना जिन्हां ने छड्ड दिता, गुरु दे मगर जिहड़े तुर पे, सतगुरु कहंदे ओ बंदे वाहिगुरु तक अपड़ जांदे ने, वो परमेश्वर विच लीन हो जाते हैं। तो गुरु ने होर उन्हां उपर रहमत कर दी कि उस्तत निंदा उन्हां लई इक्को जी कर दी। कोई निंदा करे वो तां भी अगों हस के उस नूं टाल दिंदे, कोई उन्हां दी उस्तत करे वो तां भी उहनूं हस के टाल दिंदे। निंदा सुन के दुखी नहीं हुंदे ते अपनी उस्तत सुन के खुश नहीं हुंदे। जिन्हां ने गुरु दे शब्द विच अपने आप नूं मार लिया। गुरु अमरदास महाराज फरमाउंदे, मर मोया शब्दे मर जाए। जिहड़ा बंदा गुरु दे शब्द विच मर गया, मर मोया, सतगुरु कहते मर गया, शब्दे मर जाए, शब्द विच मर गया जुड़ के। शब्द विच जुड़ के मरन का भाव कि जो असी गुरु का शब्द सुनते हैं, उस शब्द दे विच जो गुरु ने सानू करन लई कहा, उस काम नू करना शुरू कर दिता। ते वो काम भावें अपने मन नू चंगा ना लगदा होवे, वो काम मन करन वास्ते भावें तैयार ना होवे, फिर भी उस काम नू करना, ये अपने आप नू मारना है। ये अपने आप नू मारना। मन नू चंगा नहीं लगदा अमृत वेले उठना, ते मन नू मार के सवेरे उठना, ये अपने आप नू मारना ही है। मन नू चंगा नहीं लगदा चंगियां चीज़ां सुननियां, चंगियां गल्लां देखनियां, विचारनियां, मन दी गल सुने बिना
ਗੁਰੂ ਦੇ ਪਾਸੇ ਤੁਰਨਾ, ਚੰਗੇ ਪਾਸੇ ਤੁਰਨਾ, ਚੰਗਾ ਵੇਖਣਾ, ਚੰਗਾ ਸੁਣਨਾ, ਚੰਗਾ ਬੋਲਣਾ, ਇਹ ਮਨ ਨੂੰ ਮਾਰਨਾ ਹੈ, ਆਪਣੇ ਆਪ ਨੂੰ ਮਾਰਨਾ। ਜਦੋਂ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਬੰਦਾ ਮਨ ਨੂੰ ਮਾਰ ਕੇ ਤੁਰ ਪੈਂਦਾ ਹੈ, ਗਲਤ ਨੂੰ ਛੱਡ ਕੇ ਸਹੀ ਰਾਹ ਤੇ ਤੁਰ ਪੈਂਦਾ, ਸੱਚ ਦੇ ਰਾਹ ਨੂੰ ਇਖਤਿਆਰ ਕਰ ਲੈਂਦਾ, ਝੂਠ ਨੂੰ ਛੱਡ ਦਿੰਦਾ, ਤਾਂ ਗੁਰੂ ਫਿਰ ਕਿਰਪਾ ਕਰਦਾ ਹੈ, ਗੁਰੂ ਰਹਿਮਤ ਕਰਦਾ ਹੈ। ਗੁਰੂ ਉਸਤਤ ਨਿੰਦਾ ਗੁਰ ਸਮ ਜਾਣ ਆਈ। ਗੁਰੂ ਨੇ ਉਸਤਤ ਤੇ ਨਿੰਦਾ ਦੋਨੋਂ ਇੱਕੋ ਜਿਹੀਆਂ ਮੈਨੂੰ ਜਣਾ ਦਿੱਤੀਆਂ ਕਿ ਉਸਤਤ ਨਿੰਦਾ ਇੱਕੋ ਜਿਹੀ ਹੀ ਹੈ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਉਸਤਤ ਨਿੰਦਾ ਗੁਰ ਸਮ ਜਾਣ ਆਈ, ਇਸ ਯੁੱਗ ਮੈਂ ਲਾਹਾ ਹਰ ਜਪ ਲੈ ਜਾਏ। ਇਸ ਜਗਤ ਵਿੱਚ ਉਹੀ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਲਾਹਾ ਲੈ ਜਾਂਦੇ ਨੇ, ਲਾਹਾ ਖੱਟ ਲੈਂਦੇ ਨੇ, ਜਿਹੜੇ ਉਸਤਤ ਨਿੰਦਾ ਦੇ ਚੱਕਰ ਵਿੱਚ ਉਲਝਦੇ ਹੀ ਨਹੀਂ, ਜਿਹੜੇ ਮਨ ਮਗਰ ਨਹੀਂ ਤੁਰਦੇ, ਉਹ ਲਾਹਾ ਖੱਟ ਕੇ ਤੁਰਦੇ ਨੇ। ਬੰਦਾ ਉਲਝ ਜਾਂਦਾ ਹੈ, ਕੋਈ ਸਾਡੀ ਉਸਤਤ ਕਰੇ ਨਾ, ਅਸੀਂ ਉਲਝ ਜਾਂਦੇ ਹਾਂ, ਸਾਨੂੰ ਹੰਕਾਰ ਆ ਜਾਂਦਾ ਹੈ, ਅਸੀਂ ਮਾਣ ਕਰਨ ਲੱਗ ਪੈਂਦੇ ਹਾਂ ਆਪਣੇ ਆਪ ਤੇ, ਅਭਿਮਾਨ, ਹੰਕਾਰ, ਹਉਮੈ ਕਿ ਮੈਂ ਰੋਜ਼ ਸੇਵਾ ਕਰਦਾ, ਮੈਨੂੰ ਰੋਜ਼ ਸੇਵਾ ਕਰਦਿਆਂ ਨੂੰ ਦੇਖ ਕੇ ਕੋਈ ਬੰਦਾ ਮੇਰੀ ਸਿਫਤ ਕਰੇ, ਕੋਈ ਤੁਹਾਡੀ ਸਿਫਤ ਕਰੇ ਕਿ ਤੁਸੀਂ ਤਾਂ ਬਹੁਤ ਚੰਗੇ ਬੰਦੇ, ਰੋਜ਼ ਗੁਰਦੁਆਰੇ ਜਾਂਦੇ, ਰੋਜ਼ ਸੇਵਾ ਕਰਦੇ। ਆਪਣੀ ਉਸਤਤ ਸੁਣ ਕੇ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਂ ਚੰਗਾ ਹੈਗਾ ਹੀ ਹਾਂ, ਤਾਂ ਹੀ ਲੋਕ ਮੇਰੀ ਉਸਤਤ ਕਰਦੇ ਨੇ, ਮੈਂ ਨੇਕ ਆਦਮੀ ਹੈਗਾ ਵਾ, ਤਾਂ ਹੀ ਤੇ ਲੋਕ ਮੇਰੀਆਂ ਵਡਿਆਈਆਂ ਕਰਦੇ। ਜਦੋਂ ਆਪਣੀ ਉਸਤਤ ਸੁਣ ਕੇ ਬੰਦੇ ਨੂੰ ਹੰਕਾਰ ਆ ਜਾਂਦਾ ਹੈ, ਬੰਦਾ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਹੈ ਕਿ ਹਾਂ ਮੈਂ ਤੇ ਚੰਗਾ ਹੈਗਾ ਹੀ ਹਾਂ। ਲੋਕ ਵੀ ਕਈ ਵਾਰੀ ਮੋਹਰਿਓਂ ਇਹ ਕਹਿ ਦਿੰਦੇ ਨੇ ਕਿ ਅਸੀਂ ਤਾਂ ਪਾਪੀ ਲੋਕ ਆਂ ਜੀ, ਸਾਡੇ ਕੋਲ ਤਾਂ ਗੁਰਦੁਆਰੇ ਜਾ ਹੀ ਨਹੀਂ ਹੁੰਦਾ, ਤੁਸੀਂ ਤਾਂ ਭਾਈ ਬੜੇ ਚੰਗੇ, ਤੁਸੀਂ ਰੋਜ਼ ਜਾ ਆਉਂਦੇ ਹੋ, ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਪਹੁੰਚਦੇ। ਇਹ ਸੁਣ ਕੇ ਬੰਦੇ ਨੂੰ ਲੱਗਦਾ ਹੈ ਕਿ ਹਾਂ ਸਹੀ ਗੱਲ ਹੈ ਭਾਈ, ਬਿਲਕੁਲ ਸਹੀ ਹੈ। ਬੰਦਾ ਇਹ ਕਹਿੰਦਾ ਨਹੀਂ ਮੂੰਹ ਤੇ, ਪਰ ਆਪਣੇ ਮਨ ਵਿੱਚ ਜ਼ਰੂਰ ਕਹਿੰਦਾ ਹੈ ਕਿ ਹਾਂ ਐਸਾ ਹੀ ਹੈ ਕਿ ਮੈਂ ਚੰਗਾ ਹੀ ਹਾਂ, ਕਿਉਂਕਿ ਮੈਂ ਰੋਜ਼ ਗੁਰਦੁਆਰੇ ਜਾਂਦਾ ਹੈ। ਜਦੋਂ ਮਨ ਵਿੱਚ ਇਸ ਗੱਲ ਦਾ ਗਰੂਰ ਪੈਦਾ ਹੋਣ ਲੱਗ ਜਾਂਦਾ ਹੈ, ਇਸ ਗੱਲ ਦਾ ਗੁਮਾਨ ਪੈਦਾ ਹੋਣ ਲੱਗ ਜਾਂਦਾ ਹੈ ਉਸਤਤ ਸੁਣ ਕੇ, ਤਾਂ ਇਹ ਉਸਤਤ ਸਾਡੇ ਰਾਹ ਦੇ ਵਿੱਚ ਰੋੜਾ ਬਣ ਜਾਂਦੀ। ਇਹ ਕਿਸੇ ਵੱਲੋਂ ਕੀਤੀ ਗਈ ਸਾਡੀ ਉਸਤਤ, ਸਾਡੀ ਵਡਿਆਈ, ਇਹ ਸਾਡੇ ਲਈ ਮੁਸੀਬਤ ਬਣ ਜਾਂਦੀ। ਇਹ ਸਾਨੂੰ ਰੱਬੀ ਰਾਹ ਤੇ ਤੁਰਨ ਨਹੀਂ ਦਿੰਦੀ, ਅਸੀਂ ਉੱਥੇ ਅਟਕ ਜਾਂਦੇ ਹਾਂ। ਸਤਿਗੁਰੂ ਕਹਿੰਦੇ ਚਾਲੇ ਥੇ ਹਰ ਮਿਲਣ ਕੋ ਵਿਚੇ ਅਟਕਿਓ ਚੀਤ, ਕਿ ਚਿੱਤ ਵਿੱਚੇ ਅਟਕ ਗਿਆ। ਕਿਉਂ? ਕਿਉਂਕਿ ਚਿੱਤ ਆਪਣੀ ਉਸਤਤ ਸੁਣਨ ਦਾ ਸਵਾਦ ਲੈਣ ਲੱਗ ਪਿਆ ਕਿ ਲੋਕ ਮੈਨੂੰ ਚੰਗਾ ਕਹਿੰਦੇ ਨੇ, ਇੱਥੇ ਰੁਕ ਗਿਆ। ਉਹ ਇਸ ਤੋਂ ਅੱਗੇ ਵਧ ਹੀ ਨਹੀਂ ਸਕਿਆ, ਉਹ ਇਸ ਤੋਂ ਅਗਾਂਹ ਤੁਰ ਹੀ ਨਹੀਂ ਸਕਿਆ। ਜੇ ਉਸਤਤ ਬੰਦੇ ਨੂੰ ਰੋਕਦੀ ਹੈ ਤਾਂ ਨਿੰਦਾ ਵੀ ਬੰਦੇ ਨੂੰ ਅੱਗੇ ਵਧਣ ਤੋਂ ਰੋਕ ਲੈਂਦੀ। ਕੋਈ ਬੰਦਾ ਨਿੰਦਾ ਕਰਨ ਲੱਗ ਜਾਏ ਕਿ ਇਹ ਤਾਂ ਜੀ ਕਾਹਦਾ ਬੰਦਾ, ਇਹ ਤਾਂ ਪਾਪ ਕਰਦਾ, ਤੇ ਦੁਨੀਆ ਸਾਹਮਣੇ ਚੰਗਾ ਬਣਨ ਵਾਸਤੇ ਗੁਰਦੁਆਰੇ ਚਲਿਆ ਜਾਂਦਾ। ਜਦੋਂ ਕੋਈ ਇਸ ਤਰ੍ਹਾਂ ਨਿੰਦਾ ਕਰਨ ਲੱਗਦਾ ਤਾਂ ਬੰਦਾ ਫਿਰ ਤਾਂ ਵੀ ਰੁਕ ਜਾਂਦਾ ਹੈ।
ਤਾਂ ਵੀ ਅੱਗੇ ਨਹੀਂ ਵੱਧ ਪਾਉਂਦਾ। ਫਿਰ ਉਹਨਾਂ ਲੋਕਾਂ ਦਾ ਵਿਰੋਧ ਕਰਦਾ ਜਿਹੜੇ ਉਹਦੀ ਨਿੰਦਾ ਕਰਦੇ ਨੇ। ਫਿਰ ਇਹਦਾ ਧਿਆਨ ਨਿੰਦਕਾਂ ਵਾਲੇ ਪਾਸੇ ਲੱਗ ਜਾਂਦਾ ਹੈ, ਉਹਨਾਂ ਨਾਲ ਈਰਸ਼ਾ, ਉਹਨਾਂ ਨਾਲ ਵੈਰ, ਨਿੰਦਾ ਕਰਨ ਵਾਲਿਆਂ ਨਾਲ ਨਫ਼ਰਤ, ਤਾਂ ਰੱਬੀ ਰਾਹ ਤੇ ਫਿਰ ਵੀ ਨਹੀਂ ਤੁਰ ਪਾਉਂਦਾ। ਇਸ ਲਈ ਉਸਤਤ ਤੇ ਨਿੰਦਾ ਦੋਨੋਂ ਇਹਦੇ ਵਾਸਤੇ, ਦੋਨੋਂ ਸਾਡੇ ਵਾਸਤੇ ਰੁਕਾਵਟ ਨੇ। ਨਿੰਦਾ ਨੂੰ ਵੀ ਸੁਣ ਕੇ ਇਗਨੋਰ ਕਰੋ ਤੇ ਉਸਤਤ ਨੂੰ ਸੁਣ ਕੇ ਵੀ ਇਗਨੋਰ ਕਰੋ। ਉਸਤਤ ਨੂੰ ਵੀ, ਇਹ ਦੋਨੋਂ ਹੀ ਸਾਡੇ ਵਾਸਤੇ ਰੁਕਾਵਟਾਂ ਨੇ। ਇਹ ਵਾਹਿਗੁਰੂ ਦੇ ਦਰ ਅਪੜਨ ਨਹੀਂ ਦਿੰਦੀਆਂ। ਗੁਰੂ ਨੇ ਕਿਰਪਾ ਕੀਤੀ। ਗੁਰੂ ਅਮਰਦਾਸ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਕਿਰਪਾ ਕਰਕੇ ਦੋਨੋਂ ਇੱਕੋ ਜਿਹੀਆਂ ਮੇਰੇ ਸਾਹਮਣੇ ਪ੍ਰਗਟ ਕਰ ਦਿੱਤੀਆਂ ਕਿ ਉਸਤਤ ਵੀ ਉਹੀ ਹੈ, ਇੱਕੋ ਜਿਹੀ ਹੈ, ਨਿੰਦਾ ਵੀ ਇੱਕੋ ਜਿਹੀ। ਕੋਈ ਨਿੰਦਾ ਕਰੇ ਤਾਂ ਖੁਸ਼ ਹੋ, ਦੁਖੀ ਹੋਣ ਦੀ ਨਹੀਂ ਲੋੜ, ਕੋਈ ਉਸਤਤ ਕਰੇ ਤਾਂ ਖੁਸ਼ ਹੋਣ ਦੀ ਲੋੜ ਨਹੀਂ। ਕਿਉਂਕਿ ਨਿੰਦਾ ਵੀ ਉਹੀ ਬੰਦਾ ਕਰੇਗਾ ਜਿਹੜਾ ਉਸਤਤ ਕਰਦਾ, ਤੇ ਉਸਤਤ ਵੀ ਉਹੀ ਕਰੇਗਾ ਜਿਹੜਾ ਨਿੰਦਾ ਕਰਦਾ। ਐਸਾ ਹੀ ਹੁੰਦਾ ਹੈ। ਉਸਤਤ ਕਰਨ ਵਾਲੇ ਲੋਕ ਹੀ ਨਿੰਦਾ ਕਰਦੇ ਨੇ ਤੇ ਨਿੰਦਾ ਕਰਨ ਵਾਲੇ ਲੋਕ ਹੀ ਉਸਤਤ ਕਰਦੇ ਨੇ। ਐਸਾ ਕਦੇ ਵੀ ਨਹੀਂ ਅੱਜ ਤੱਕ ਹੋਇਆ ਕਿ ਨਿੰਦਾ ਕਰਨ ਵਾਲੇ ਲੋਕ ਵੱਖਰੇ ਹੁੰਦੇ ਨੇ ਤੇ ਉਸਤਤ ਕਰਨ ਵਾਲੇ ਲੋਕ ਵੱਖਰੇ। ਤੁਸੀਂ ਕੁਝ ਚੰਗਾ ਕਰ ਰਹੇ ਹੋ ਤਾਂ ਲੋਕ ਤੁਹਾਨੂੰ ਕਹਿਣਗੇ ਕਿ ਬੰਦਾ ਚੰਗਾ ਹੈ, ਪਰ ਤੁਹਾਡੀ ਕਿਸੇ ਨੂੰ ਗਲਤੀ ਪਤਾ ਲੱਗ ਜਾਏ, ਕੋਈ ਤੁਹਾਡੀ ਪੁਰਾਣੀ ਗਲਤੀ, ਕੋਈ ਜਵਾਨੀ ਵੇਲੇ ਦੀ ਜਾਣੇ ਅਣਜਾਣੇ ਵਿੱਚ ਹੋਈ ਕੋਈ ਭੁੱਲ, ਕੋਈ ਬਚਪਨ ਦੀ ਕੋਈ ਘਟਨਾ, ਉਹ ਕਿਸੇ ਬੰਦੇ ਨੂੰ ਪਤਾ ਲੱਗ ਜਾਵੇ ਤਾਂ ਉਹ ਕਹੇਗਾ ਵੱਡਾ ਸੇਵਾਦਾਰ ਬਣਦਾ ਹੈ, ਗੁਰਦੁਆਰੇ ਜਾਂਦਾ ਹੈ, ਪਤਾ ਮੈਨੂੰ ਇਹਦੀਆਂ ਕਰਤੂਤਾਂ ਦਾ। ਉਹੀ ਬੰਦਾ ਜਿਹੜਾ ਤੁਹਾਡੀ ਉਸਤਤ ਕਰਦਾ ਸੀ ਉਹੀ ਨਿੰਦਾ ਕਰਨ ਲੱਗ ਜਾਏਗਾ ਜਦੋਂ ਤੁਹਾਡਾ ਔਗਣ ਪਤਾ ਲੱਗੇਗਾ। ਇਸ ਲਈ ਨਿੰਦਾ ਵੀ ਉਹੀ ਲੋਕ ਕਰਦੇ ਨੇ ਜਿਹੜੇ ਉਸਤਤ ਕਰਦੇ ਨੇ। ਕੋਈ ਵੱਖਰੀ ਦੁਨੀਆ ਤੋਂ ਲੋਕ ਨਹੀਂ ਆਉਂਦੇ ਉਸਤਤ ਕਰਨ, ਕੋਈ ਵੱਖਰੀ ਦੁਨੀਆ ਤੋਂ ਨਹੀਂ ਲੋਕ ਆਉਂਦੇ ਨਿੰਦਾ ਕਰਨ। ਇਸ ਲਈ ਇਹੀ ਦੁਨੀਆ ਹੈ ਸਾਡੀ, ਜੋ ਸਾਡੇ ਆਲੇ ਦੁਆਲੇ ਦੇ ਲੋਕ ਨੇ। ਇਸ ਲਈ ਸਤਿਗੁਰੂ ਕਹਿੰਦੇ ਨਾ ਆਪਣੀ ਉਸਤਤ ਵਿੱਚ ਪੈ ਤੇ ਨਾ ਨਿੰਦਾ ਵਿੱਚ, ਕਿਉਂਕਿ ਇਹ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀਆਂ। ਇਸ ਲਈ ਇਸ ਨੂੰ ਇਗਨੋਰ ਕਰੋ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ, ਕਿਉਂਕਿ ਕੁੜਮ ਲੱਗਦੇ ਸਨ ਗੁਰੂ ਅੰਗਦ ਸਾਹਿਬ ਮਹਾਰਾਜ, ਉਹਨਾਂ ਦੇ ਘਰ ਰਹਿ ਕੇ ਸੇਵਾ ਕਮਾਈ। ਤੇ ਉਹਨਾਂ ਦਿਨਾਂ ਦੇ ਵਿੱਚ ਅੱਜ ਵੀ ਬੰਦਾ ਕੁੜਮਾਂ ਦੇ ਘਰ, ਕੁੜੀ ਵਾਲਿਆਂ ਦੇ ਘਰ ਟੌਰ ਨਾਲ ਜਾਂਦਾ ਹੈ, ਠਾਠ ਨਾਲ। ਤਾਂ ਉਸ ਵੇਲੇ 500 ਸਾਲ ਪਹਿਲਾਂ ਦੇ ਮਾਹੌਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਕਿੰਨੇ ਰੋਹਬ ਨਾਲ, ਠਾਠ ਨਾਲ ਜਾਂਦੇ ਨੇ ਕੁੜੀ ਵਾਲਿਆਂ ਦੇ ਘਰ। ਉਹਨਾਂ ਦੇ ਘਰ ਜਾ ਕੇ ਉਹ ਰਾਜਿਆਂ ਮਹਾਰਾਜਿਆਂ ਵਾਂਗੂ ਹੁਕਮ ਚਲਾਉਂਦੇ ਨੇ। ਪਰ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰ ਜਾ ਕੇ ਸੇਵਾ ਕਮਾਉਂਦੇ ਨੇ। ਜਦੋਂ ਇਸ ਤਰ੍ਹਾਂ ਉਹ ਸੇਵਾ ਕਰਨ ਲੱਗੇ ਤਾਂ ਲੋਕਾਂ ਨੇ ਨਿੰਦਿਆ, ਲੋਕਾਂ ਨੇ ਫਿਟਕਾਰਿਆ ਕਿ ਕੁੜਮਾਂ ਦੇ ਘਰ ਆ ਕੇ ਨੌਕਰ ਲੱਗ ਗਿਆ। ਲੋਕਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਅਮਰੂ ਨਿਥਾਵਾਂ ਕਿਹਾ, ਜਿਹਦਾ ਨਾਮ ਅਮਰਦਾਸ ਸੀ, ਲੋਕ ਭਗਤ ਅਮਰਦਾਸ ਕਹਿੰਦੇ ਸੀ। ਉਸ ਭਗਤ ਅਮਰਦਾਸ ਨੂੰ ਉਹੀ ਲੋਕ ਅਮਰੂ ਨਿਥਾਵਾਂ ਕਹਿਣ ਲੱਗ ਪਏ। ਉਹੀ ਜਿਹੜੇ ਵਡਿਆਈ ਕਰਦੇ ਸੀ ਉਹੀ ਹੁਣ ਨਿੰਦਾ ਕਰਨ ਲੱਗ ਪਏ। ਉਹੀ ਬਾਸਰਕੇ ਦੇ ਲੋਕ ਜਿਹੜੇ ਬੜੀਆਂ ਸਿਫਤਾਂ ਕਰਦੇ ਸੀ ਕਿ ਅਮਰਦਾਸ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਇਹਨੇ ਤਾਂ 20 ਵਾਰੀ ਤੀਰਥਾਂ ਦੀ ਯਾਤਰਾ ਕੀਤੀ ਹੈ, ਇਹ ਤਾਂ ਬੜਾ ਭਗਤ ਆਦਮੀ ਹੈ। ਤਾਂ ਪਿੰਡ ਵਾਲੇ ਗੁਰੂ ਅਮਰਦਾਸ ਮਹਾਰਾਜ ਦੇ
ਉਹ ਨਿੰਦਾ ਕਰਨ ਲੱਗੇ ਕਿ ਕੁੜਮਾਂ ਦੇ ਘਰ ਚਲਾ ਗਿਆ ਹੈ, ਕੁੜਮਾਂ ਦੇ ਘਰ ਜਾ ਕੇ ਰਹਿਣ ਲੱਗ ਪਿਆ। ਆਪਣਾ ਘਰ ਨਹੀਂ ਸੀ, ਆਪਣੀ ਜ਼ਮੀਨ ਨਹੀਂ ਸੀ, ਸਾਰਾ ਕੁਝ ਛੱਡ ਕੇ ਉੱਥੇ ਚਲਾ ਗਿਆ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸੋਝੀ ਬਖਸ਼ੀ ਕਿ ਉਸਤਤ ਨਿੰਦਾ ਇਹਨਾਂ ਦੋਨਾਂ ਦਾ ਤਿਆਗ ਕਰ ਦਿਓ। ਇੱਕ ਪਾਸੇ ਲੋਕਾਂ ਨੇ ਨਿੰਦਾ ਵੀ ਕੀਤੀ, ਦੂਸਰੇ ਪਾਸੇ ਲੋਕਾਂ ਨੇ ਵਡਿਆਈ ਵੀ ਕੀਤੀ ਕਿ ਅਮਰਦਾਸ ਕਿਵੇਂ ਆਪਣੇ ਕੁੜਮਾਂ ਦੇ ਘਰ ਆ ਕੇ ਸੇਵਾ ਕਰਦਾ ਹੈ। ਪਰ ਕਦੇ ਵੀ ਇਸ ਨੇ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਨੂੰ ਕੁੜਮ ਨਹੀਂ ਜਾਣਿਆ, ਉਹਨਾਂ ਨੂੰ ਗੁਰੂ ਜਾਣਿਆ। ਲੋਕਾਂ ਨੇ ਉਸਤਤ ਵੀ ਕੀਤੀ, ਲੋਕਾਂ ਨੇ ਨਿੰਦਾ ਵੀ ਕੀਤੀ, ਪਰ ਗੁਰੂ ਅਮਰਦਾਸ ਮਹਾਰਾਜ ਨੇ ਨਾ ਨਿੰਦਾ ਵਿੱਚ ਆਪਣੇ ਆਪ ਨੂੰ ਲਾਇਆ ਤੇ ਨਾ ਉਸਤਤ ਵਿੱਚ, ਨਾ ਨਿੰਦਾ ਵੱਲ ਲਾਇਆ ਤੇ ਨਾ ਉਸਤਤ ਵੱਲ ਲਾਇਆ। ਇਸ ਲਈ ਖਿਆਲ ਰੱਖਣਾ, ਜੇ ਤੁਸੀਂ ਗੁਰਦੁਆਰੇ ਜੁੜ ਕੇ ਸੇਵਾ ਕਰਦੇ ਰਹੇ, ਲੱਗੇ ਰਹੇ ਤੁਸੀਂ, ਤਾਂ ਲੋਕ ਕਹਿਣਗੇ ਤਾਂ ਵਿਹਲਾ ਬੰਦਾ ਹੈ ਜੀ, ਗੁਰਦੁਆਰੇ ਤੁਰਿਆ ਰਹਿੰਦਾ, ਇਹਨੂੰ ਤਾਂ ਕੰਮ ਹੀ ਨਹੀਂ ਹੋਰ, ਇਹਨੂੰ ਕਿਹੜਾ ਕੋਈ ਕੰਮ ਧੰਦਾ ਹੈ, ਇਹ ਤਾਂ ਰੋਜ਼ ਹੀ ਗੁਰਦੁਆਰੇ ਵੜਿਆ ਰਹਿੰਦਾ। ਜੇ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਕਿ ਲੋਕ ਮੈਨੂੰ ਵਿਹਲਾ ਕਹਿੰਦੇ ਨੇ, ਨਿਕੰਮਾ ਕਹਿੰਦੇ ਨੇ, ਤੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਗੁਰੂ ਦੇ ਦਰ ਆਉਣੋਂ ਹਟ ਗਏ, ਤਾਂ ਤੁਹਾਡੀ ਕੀਤੀ ਘਾਲਣਾ ਸੇਵਾ ਸਭ ਬੇਅਰਥ ਗਈ, ਬੇਕਾਰ। ਜੇ ਤੁਹਾਡੀ ਕੋਈ ਸਿਫਤ ਕਰਨ ਲੱਗ ਜਾਵੇ ਕਿ ਬੰਦਾ ਬਹੁਤ ਵਧੀਆ ਹੈ, ਬੜਾ ਨੇਕ ਹੈ, ਤੇ ਤੁਸੀਂ ਸਿਫਤ ਸੁਣ ਕੇ ਹੰਕਾਰ ਕਰ ਲਿਆ, ਤਾਂ ਵੀ ਸੇਵਾ ਥਾਏ ਨਹੀਂ ਪਏਗੀ, ਤਾਂ ਵੀ ਬੇਕਾਰ ਗਈ। ਇਸ ਲਈ ਸੁਣੋ ਤੇ ਸੁਣ ਕੇ ਇਗਨੋਰ ਕਰੋ। ਨਿੰਦਾ करे ਤਾਂ ਵੀ ਇਗਨੋਰ ਕਰੋ, ਉਸਤਤ करे ਤਾਂ ਵੀ ਇਗਨੋਰ ਕਰੋ। ਗੁਰੂ ਅਮਰਦਾਸ ਕਹਿੰਦੇ ਗੁਰੂ ਨੇ ਮੈਨੂੰ ਇੱਕੋ ਜਿਹੀਆਂ ਦਿਖਾ ਦਿੱਤੀਆਂ ਦੋਨੇ, ਕਿ ਉਸਤਤ ਨਿੰਦਾ ਇੱਕੋ ਜਿਹੀ ਹੈ। ਇਸ ਜਗਤ ਵਿੱਚ ਉਹ ਬੰਦਾ ਪਾਰ ਲੰਘਦਾ ਜਿਹੜਾ ਉਸਤਤ ਨਿੰਦਾ ਨੂੰ ਪਿੱਛੇ ਛੱਡ ਦਿੰਦਾ ਅਤੇ ਆਪਣੇ ਕੰਮ ਵੱਲ ਧਿਆਨ ਦਿੰਦਾ ਹੈ, ਜਿਹੜਾ ਸਿਰਫ ਤੇ ਸਿਰਫ ਸੇਵਾ ਕਰਨ ਵਿੱਚ ਆਪਣੇ ਚਿੱਤ ਨੂੰ ਲਾਉਂਦਾ ਹੈ, ਜਿਹੜਾ ਸਿਮਰਨ ਕਰਨ ਵਿੱਚ ਆਪਣੇ ਚਿੱਤ ਨੂੰ ਲਾਉਂਦਾ ਹੈ, ਉਹ ਬੰਦਾ ਪ੍ਰਵਾਨ ਹੁੰਦਾ ਹੈ, ਉਹ ਜਗਤ ਵਿੱਚ ਲਾਹਾ ਖੱਟ ਕੇ ਜਾਂਦਾ ਹੈ। ਉਸਤਤ ਨਿੰਦਾ ਗੁਰ ਸਮਝਾਣ ਆਈ, ਇਸ ਯੁੱਗ ਮੈਂ ਲਾਹਾ ਹਰ ਜਪ ਲੈ ਜਾਏ। ਉਹ ਇਸ ਜਗਤ ਵਿੱਚ ਲਾਹਾ ਖੱਟ ਕੇ ਤੁਰਿਆ, ਵਾਹਿਗੁਰੂ ਦੇ ਨਾਮ ਨੂੰ ਜਪ ਕੇ, ਉਹਨੂੰ ਲਾਭ ਮਿਲਿਆ। ਇਸ ਲਈ ਆਪਣਾ ਧਿਆਨ ਸਿਮਰਨ ਵਾਲੇ ਪਾਸੇ ਰੱਖਣਾ, ਨਾ ਕਿ ਲੋਕਾਂ ਵਾਲੇ ਪਾਸੇ ਕਿ ਲੋਕ ਕੀ ਕਹਿਣਗੇ। ਗੁਰੂ ਨਾਲ ਜੋੜੀ ਰੱਖਣਾ ਆਪਣੇ ਆਪ ਨੂੰ, ਦੁਨੀਆ ਦੀ ਪਰਵਾਹ ਨਾ ਕਰੋ, ਬਸ ਉਹਦੀ ਪਰਵਾਹ ਕਰੋ ਜਿਹਦੇ ਚਰਨਾਂ ਨਾਲ ਜੁੜਿਆ। ਉਹ ਦੇਖਦਾ ਜਾਂ ਨਹੀਂ ਦੇਖਦਾ, ਇਹ ਗੱਲ ਇੰਪੋਰਟੈਂਟ ਹੈ। ਲੋਕ ਦੇਖਦੇ ਨੇ ਜਾਂ ਨਹੀਂ ਦੇਖਦੇ, ਇਸ ਗੱਲ ਦੀ ਕੋਈ ਇੰਪੋਰਟੈਂਸ ਨਹੀਂ ਹੈ, ਇਸ ਗੱਲ ਦੀ ਕੋਈ ਮਹੱਤਤਾ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਮਨਮੁਖ ਬੰਦਾ ਜਿਹੜਾ ਹੈ ਨਾ, ਉਹ ਬੰਦਾ ਰੋਜ਼ ਮਰਦਾ ਹੈ, ਪਲ ਪਲ ਮਰਦਾ ਹੈ, ਤੇ ਆਪਣਾ ਮਰਨ ਹੀ ਵਿਗਾੜ ਲੈਂਦਾ। ਮਨਮੁਖ ਮਰੈ ਮਰ ਮਰਨ ਵਿਗਾੜੈ। ਸਤਿਗੁਰੂ ਕਹਿੰਦੇ ਮਨਮੁਖ ਬੰਦਾ ਆਪਣਾ ਮਰਨ ਵੀ ਵਿਗਾੜ ਲੈਂਦਾ। ਉਹ ਜੀਵਨ ਤਾਂ ਵਿਗਾੜਦਾ ਹੀ ਹੈ, ਉਹ ਆਪਣਾ ਮਰਨਾ ਵੀ ਵਿਗਾੜ ਲੈਂਦਾ। ਜੀਵਨ ਬਹੁਤ ਸੁੰਦਰ ਚੀਜ਼ ਵਾਹਿਗੁਰੂ ਨੇ ਬਖਸ਼ੀ। ਇਸ ਲਈ ਇਹ ਜੀਵਨ ਜਿੰਨਾ ਵੀ ਸਾਨੂੰ ਮਿਲਿਆ ਹੋਇਆ, ਜਿੰਨਾ ਵੀ ਜੀਵਨ ਹੈ, ਇਸ ਨੂੰ ਆਨੰਦ ਨਾਲ ਜੀਵੋ। ਇਸ ਨੂੰ ਇੰਨਾ ਕੁ ਆਨੰਦ ਨਾਲ ਜੀਵੋ ਕਿ ਸਾਡੀ ਮੌਤ ਵੀ ਆਨੰਦਦਾਈ ਹੋ ਜਾਵੇ, ਕਿ ਮੌਤ ਵੀ ਆਨੰਦਮਈ ਹੋਵੇ। ਸਾਡੇ ਜੀਵਨ ਉੱਤੇ ਨਿਰਭਰ ਕਰਦਾ ਹੈ ਕਿ ਸਾਡੀ ਮੌਤ ਕਿਹੋ ਜਿਹੀ ਹੋਵੇਗੀ, ਸਾਡੀ ਮੌਤ ਕੈਸੀ ਹੋਵੇਗੀ। ਇਹ ਸਾਡੇ ਜੀਵਨ ਜਿਉਣ ਦੇ ਢੰਗ ਦੇ ਉੱਤੇ ਨਿਰਭਰ ਕਰਦਾ ਹੈ। ਸਤਿਗੁਰੂ ਕਹਿੰਦੇ ਮਨਮੁਖ ਬੰਦਾ ਜਿਉਂਦਾ ਹੀ ਇਸ ਤਰ੍ਹਾਂ ਹੈ, ਮਰ ਮਰ ਕੇ। ਕਿਸੇ ਦੀ ਵਡਿਆਈ ਦੇਖਦਾ ਤਾਂ ਮਰ ਜਾਂਦਾ ਹੈ, ਕਿਸੇ ਦੇ ਘਰ ਦੇ ਵਿੱਚ ਕੋਈ ਤਰੱਕੀ ਦੇਖਦਾ ਤਾਂ ਮਰ ਜਾਂਦਾ ਹੈ, ਕਿਸੇ ਦੇ ਘਰ ਸੁੱਖ ਦੇਖਦਾ ਤਾਂ ਮਰ ਜਾਂਦਾ ਹੈ,
सतगुरु कहते बंदा रोज मर मर के जिउंदा ते फिर इहो जिहा बंदा वो जिउंदे जी अपना जीवन बिगाड़ लैंदा तां वो मौत भी अपनी बिगाड़ के ही मरदा है। मनमुख मरे मर मरण बिगाड़े, अपना मरण ही बिगाड़ लिया उन्हें, अपना मरण बिगाड़ लिया। जिन्हां ने उस वाहिगुरू नूं सिमरदियां, उस परमेश्वर नूं ध्याउंदियां, अपने काम धंधे करदियां, परिवार विच विचरदियां सुखमई ते आनंदमई जीवन जीविया, उस्तत निंदा तो मुक्त रहे, वासनावां विकारां तो मुक्त रहे, सब नाल सांझ, सब नाल प्यार, इस ढंग दा जीवन जिन्हां ने जीविया उन्हां दी मौत भी आनंदमई होवेगी, उन्हां दी मौत भी आनंदमई। इसलिए वो दुखी होके नहीं मरदे। बहुत सारे लोग वो दुखी होके इस दुनिया तो जाते हैं किसी बीमारी कारण, किसी होर गल कारण, धियां पुत्तां दे कारण, दौलत की खातर, पैसे की खातर, जमीनां की खातर दुखी होके मरते हैं। वो जिहड़ी मौत है, क्योंकि पैसे की खातर मरिया, दौलत की खातर, जमीन जायदाद की खातर, कि मेरे भरा ना लै जाण, किते कोई होर ना लै जावे, वो बस इसे दुख विच मर गया, उन्हें अपना मरना भी बिगाड़ लिया। सतगुरु कहते हैं ऐसी मौत मनमुख नूं आउंदी है, गुरमुख ऐसी मौतें नहीं मरदा, वो ते आनंद नाल इस दुनिया तो जांदा है, क्योंकि सारी जिंदगी वो आनंद विच रहा, ते मौत भी उहदी आनंद विच ही आउंदी है। इस करके सतगुरु समझाउंदे दूजे भाए आत्म संघार है। जिहड़ा बंदा माया दे विच उलझदा है, माया दे विच मोह पाउंदा है, वो आत्म नूं संघार लैंदा है। आत्म संघार खुद नूं मार लैंदा है। जिवें आपां कहने कि किसी बंदे ने सुसाइड कर लिया, उन्हें सुसाइड कर लिया जी, क्यों? क्योंकि उन्होंने जो चाहिदा सी वो नहीं मिलिया, उन्होंने कोई चीज चाहिदी सी वो नहीं मिली, किसी दे नाल जीवन जिउणा चाहुंदा सी, विआह कराउणा चाहुंदा सी, नहीं हो सकिया, इसलिए मौत ले लई। घरदियां कोलों कोई चीज चाहुंदा सी, घरदियां ने नहीं लैके दित्ती, तां उन्हें सुसाइड कर लिया, क्योंकि उस बंदे नूं लग्गिया कि ये चीज, ये बंदा, ये मेरे लिए बहुत इंपॉर्टेंट है, जे ये चीज ना मिली तो मैं मर जाऊंगा। और नहीं मिली, उन्हें सुसाइड कर लिया। उसने जीवन नालों ज्यादा किसी चीज नूं इंपॉर्टेंस दित्ती, किसी वस्तु नूं इंपॉर्टेंस दित्ती कि ये ज्यादा इंपॉर्टेंट है। जदों बंदा चीज़ां नूं ज्यादा इंपॉर्टेंस दिंदा है, बंदियां नूं नहीं, अपनी मां नूं नहीं, अपने बाप नूं नहीं, अपने भैण भाइयां नूं नहीं, चीज़ां नूं इंपॉर्टेंस दिंदा है। बंदा पदार्थवादी है, असीं लोग पदार्थवादी हां। बंदा चीज़ां नूं ज़्यादा इंपॉर्टेंस दिंदा है, इसलिए ते भरा भरा आपस विच लड़दे ने, चीज़ खातर, जमीन खातर, पैसे दी खातर, क्योंकि उन्हां दी निगाह विच चीज़ दी ज़्यादा इंपॉर्टेंस है, पैसे दी ज़्यादा इंपॉर्टेंस है। अज दे समय विच ते ऐसा ही नज़र आ रहा है कि इत्थे बंदा निक्कियां निक्कियां चीज़ां दी खातर लड़दा दिखाई दे रहा है। इत्थे रिश्तियां दी कोई इंपॉर्टेंस नहीं रही, जिन्नी इंपॉर्टेंस अहुदियां दी है, रुतबियां दी है। बंदा रुतबे दी खातर, अहुदे दी खातर परिवार नूं भी छड्डण लई तैयार हो जांदा है, भैणां भाइयां नूं छड्डण लई भी तैयार हो जांदा है। लोग पैसे दी खातर भैणां भाइयां नूं मिलना तक बंद कर दिंदे ने।
गल करना भी बंद कर देंदे ने एक दूसरे नाल कि उस नूं ज़्यादा हिस्सा मिल गया जमीन चों, चलो उहदे नाल हुण बोलना बंद। कि माँ बाप ने उहनूं ज़्यादा दे दिता, सानूं घट दिता, माँ बाप नाल भी बोलना बंद, भैण भरावां नाल भी बोलना बंद है। आही है अज दा जीवन बंदे दा। जिन्हां नूं ज़्यादा मिलिया उन्हां ने ज़्यादा इत्थे ही छड्ड जाना, जिन्हां नूं थोड़ा मिलिया उन्हां ने भी थोड़ा इत्थे ही छड्ड जाना, लैके किसी ने भी नहीं जाना नाल। पर फिर भी लोग समझते नहीं, फिर भी वो चीज़ां नूं ही इंपोर्टेंस दिंदे ने। इसलिए अज दे समय विच जिन्ना बंदा अपने आप नूं सियाणा कहिंदा है उन्ना ही वो मूर्ख दिखाई दिंदा है। सतगुरु कहंदे दूजे भाए आत्म संघार है, माया दे विच उलझ के आत्म नूं संघारदे ने, खुद नूं मारदे हुए दिखाई दे रहे ने, खुद नूं कष्ट दे रहे ने, खुद नूं। इत्थे ऐसी ही है दुनिया। बंदा जां तां किसे होर नूं मारदा है, जे होर नूं ना मार सके तां फिर खुद नूं मारदा है। जदों वो किसे होर नूं मारदा है तां लोग कहंदे ने पापी है, पर जदों ओही बंदा खुद नूं मारदा है तां लोग कहंदे ने जी प्रायश्चित कर रहा है। ये प्रायश्चित कर रहा, अपने आप नूं मार रहा। तुसीं ऐसे बहुत सारे लोग देखे होणगे, वो गलियां बाजारां विच फिरदे ने, अपने आप नूं मारदे ने। उन्होंने इसे नूं काम बना लिया, वो अपने आप नूं मारदा है। शरीर दे उत्ते लाशां पाईयां पईयां ने, उन्हें मार मार के लोग उस नूं बहुत उच्चा बंदा समझदे ने कि बहुत उच्चा है, उन्होंने पैसे दिंदे ने, वो भी अपने आप नूं मारदा है। इसलिए सतगुरु कहते लोग आत्म का संघार कर रहे हैं। वो तो पैसे की खातर ऐसा कर रहे हैं, पर असी लोग असी भी माया की खातर अपने आप नूं मार रहे हैं, अपनी ज़मीर नूं, अपने अंदर की इंसानियत नूं, अपने अंदर की भाईचारक सांझ नूं। बंदा इस तरीके नाल मारदा है खुद नूं। इसलिए सतगुरु समझाउंदे मेरा मेरा कर कर बगूता। मेरा मेरा करदियां करदियां ही सतगुरु कहंदे बंदा खुआर हुंदा है, बिगुचदा है, दुखी हुंदा है कि मेरा मेरा सारी जिंदगी मेरा मेरा करदे लंघ जांदी। मेरा मेरा कर कर बगूता। गुरु नानक साहब का वचन है, सतगुरु कहंदे मेरी मेरी क्या करें, जिन दिया सो प्रभ लोड़। मेरी मेरी की करदा, जिस वाहिगुरु ने चीज़ां दित्तियां उस वाहिगुरु नाल जुड़। सर पर उठी चलना छड्ड जासी लख करोड़। इस दुनिया तो सतगुरु कहंदे तुर ही जाना है, पक्की गल है। सर पर मतलब कि डेफिनेटली इत्थों जाना ही है, इत्थों तुरना ही है। आ जो लखां करोड़ां तो इकट्ठा किया है ना, छड्ड जासी लख करोड़, ये सब छड्ड जाएगा इत्थे। इसलिए सतगुरु कहते मेरा मेरा कर कर विगूता। मेरा मेरा करदियां बंदा तुर जांदा है। आत्म ना चीन्है, खुद नूं कदे भी नहीं पहचानदा। आत्म दी सोझी कदे आउंदी ही नहीं, खुद नूं देखदा ही नहीं कि मैं कौन आ। आत्म ना चीन्है पर मैं विच सूता, ते भरम दे विच ही सुत्ता पिया रहिंदा। अपने आप नूं कुछ होर ही समझदा रहिंदा, अपने आप नूं कुछ होर ही समझदा रहिंदा। जिस ओहदे ते बैठा है उही समझदा रहिंदा कि मैं फलाना आदमी हाँ, मैं फलाना कोई मंत्री हाँ, मैं कोई फलाना कोई बहुत वड्डा कोई किसी संस्था का आगू हाँ। वो ओहदे की वजह करके अपने आप नूं उही समझ जाता है, जबकि ओहदा बंदे की पहचान नहीं हुंदा। वो तो काम है, वो तो कोई काम है कि जिमें कोई बंदा डॉक्टर है, डॉक्टरी ਉਹਦਾ ਕੰਮ है।
पर हुण उहदी पहचान भी उहदे तो ही हो गई। उसनूं पुछो कि भाई तू कौन है, वो कहंदा जी मैं डॉक्टर। किसी नूं पुछो तू कौन है, जी मैं ड्राइवर, मैं पायलट, मैं फलाना, मैं धमकाना। पर बंदा है कौन उसनूं पता ही नहीं। वो अपने काम नाल जोड़ के अपने आप नूं दसदा है। किसी नूं पुछो कौन, रागी, कथावाचक, वो काम दे राहीं अपने आप नूं दसदा है, पर उसनूं खुद नूं नहीं पता कि वो कौन है। इस तो बिना की है, ड्राइवर तो बिना की है, डॉक्टर तो बिना की है, इंजीनियर तो बिना की है, इहदे तो बिना की है। इहदे तो बिना बंदे नूं पता ही नहीं कि की है। क्योंकि जे काम ना होण तां बंदा की होवे, कुछ भी नहीं। काम राही है। सतगुरु कहंदे आत्म नूं नहीं चीनदा, ते वो भरम विच पिया अपने आप नूं ओही समझी जांदा जो उहदा काम है कि मैं दुकानदार हाँ जी, बस दुकानदार समझी जांदा अपने आप को, मंत्री समझी जांदा अपने आप को, कुछ होर समझी जांदा, जो है उहनूं देखदा ही नहीं। आत्म ना चीनै भरमै विच सूता, भरम विच सुता रहिंदा है। मर मोया शब्दे मर जाए। सतगुरु कहंदे जिहड़ा बंदा गुरु दे शब्द विच मर मोया, उस नूं गुरु ने किरपा कीती उस्तत निंदा समझण आई। उन्होंने उस्तत निंदा इक्को जी विखा दित्ती कि उस्तत ते निंदा दोनों इक्को ही ने, इहदे विच उलझना नहीं। कोई निंदा करे, कोई उस्तत करे, बस छड्ड दिओ, खुश हो के उसनूं इग्नोर कर दिओ। बस अपने चित्त विच नहीं लियाउणा कि ये बंदा मेरी उस्तत करदा है। उस्तत करन वाले नाल मोह नहीं पाउणा ते निंदा करन वाले नाल नफरत नहीं करनी। ऐसा ही हुंदा ना कि जिहड़ा साडी वडियाई करदा है वो सानूं चंगा लगदा है, जिहड़ा साडी निंदा करदा है वो सानूं बुरा लगदा है। सतगुरु कहंदे जिहड़ा निंदा करदा है उहनूं बुरा नहीं समझना, जिहड़ा वडियाई करदा है उहनूं चंगा भी नहीं जानना। बस दोनों नूं इग्नोर करो, ना उस्तत विच उलझना ना निंदा विच उलझना। गुरु ने ये किरपा करके मैनूं दृष्टि बख्श दित्ती। उस्तत निंदा गुर समझण आई, इस युग में लाहा हर जप लै जाए। इस जगत विच वो बंदे लाहा खट ले जांदे ने जिहड़े वाहिगुरू दे नाम नूं जपदे ने ते उस्तत निंदा विच नहीं उलझदे। रहाओ नाम विहूण गर्भ गल जाए। सतगुरु कहंदे नाम विहूण आदमी वो बंदा वो तां हंकार विच ही सड़दा रहिंदा है। सतगुरु कहंदे मनमुख बंदा जिहदे जीवन विच नाम ही नहीं, वो गर्भ विच ही गल जांदा, वो मां दे गर्भ विच ही मर खप जांदा, गर्भ गल जाए। इहो जिहा बंदा वो ना ही जन्मदा, इस दुनिया विच ना ही आउंदा जे उसने वाहिगुरू दी बंदगी करनी नहीं सी। सतगुरु कहंदे भगतहीन काहे जग आया, पूरे गुर की सेव न कीनी, बिरथा जन्म गवाया। नाम विहूण गर्भ गल जाए, बिरथा जन्म दूजे लोभाए। उहदा जन्म बिरथा गया माया दे लोभ विच, माया दे मोह विच। नाम विहूणी दुख जलै सवाई, ये लुकाई नाम तो विहूणी दुख विच सड़दी हुई नजर आ रही है। लोग दुख विच सड़दे हुए दुखी नजर आ रहे ने। नाम विहूणी दुख जलै सवाई, सतगुर पूरे बूझ बुझाई। पूरे सतगुरु ने मैनू किरपा करके सोझी दिती, उन्हें मैनू सूझ बख्शी, समझ बख्शी। गुरु ने किरपा की तो समझ आया कि मन चंचल, कि मन बहुत चंचल है। ये अपनी चंचलता करके, ये अपनियां शरारतां करके ही ये चोटां खांदा है। मन चंचल बहुत चोटां खाए। बच्चा जिन्ना शरारती है, जिन्ना चंचल है, वो उन्ना ही इधर उधर सट्टां लवाउंदा है, ठोकरां खांदा है। सतगुरु कहते मन चंचल ऐसा ही है, उन्ना ही खज्जल हुंदा है। जिन्ना मन इधर उधर उछल कुद करदा फिरदा ना, ये उन्ना ही खुआर हुंदा है। मन चंचल बहुत चोटां खाए, इत्थों छुड़किया ठौर ना पाए। सतगुरु कहते जे इत्थों छुड़क गया, इत्थों छुट गया इस जीवन तो फिर दोबारा मौका नहीं मिलना, फिर हाथ नहीं आना।
सतगुरु कहते इस पौड़ी ते जो नर छूटै आए जाए दुख पाएंदा। ਜਿਹੜਾ इस पौड़े तो खिसक गया वो जम्मण मरण के गेड़ विच पै जाएगा। इसलिए आही मौका है ਜਿਹੜਾ सानू मिलिया होया, यही पल है ਜਿਹੜਾ सानू मिलिया होया है। पता नहीं अगले पल अगला होवेगा कि नहीं होवेगा, पता नहीं कल नूं असीं इत्थे सारे मौजूद होवांगे कि नहीं होवांगे, कौन जाने। इसलिए सतगुरु कहंदे आही है मौका, जे इथों छुड़क गए तो दोबारा ये हथ नहीं आना, फिर सानू किते टिकाणा नहीं मिलना। गर्भ जोन विष्टा का वास, सतगुरु कहंदे बार बार बंदे दा वासा गर्भ जोन विच हो रहा है, वो जम्मण मरण दे गेड़ विच पै रहा है। गर्भ जोन विष्टा का वास तित कर मनमुख करे निवास। मनमुख बार बार गर्भ दे विच निवास करदा है, बार बार जम्मण मरण दे गेड़ विच पैंदा है। सतगुरु कहंदे बार बार उत्थे ही उलझदा है, वो इस जन्म मरण दे गेड़ विचों निकलदा ही नहीं। पर जे गुरु मिल पवे, जे गुरु दे उपदेश ते बंदा चल पवे तो सतगुरु कहंदे वो इस गेड़ तो मुक्त हो जाता है, उस जम्मण मरण तो मुक्त हो जाता है, तो गुरु कृपा करके वाहिगुरु नाल जोड़ दिंदा है। इसलिए मैं अपने सतगुरु तो बलिहार जाना वा, अपने सतगुर को सद बल जाई। मैं गुरु तो बलिहार जाना, गुरमुख ज्योति जोत मिलाई। गुरु ने कृपा की, उस वाहिगुरु दे नाल जोत रला दिती। परमेश्वर दी जोत विच जोत मिल गई, ये आत्मा उस परमात्मा विच मिल गई। निर्मल बाणी निज कर वासा, ओदी बाणी बड़ी निर्मल है, बड़ी पवित्र, ते ओदी पवित्र बाणी राही निज घर विच वासा हो जाता है, अंतर आत्म टिका। नानक हौमै मार उदासा। सतगुरु कहते जिन्हां ने हौमै नूं मारिया वो माया दे विच उदास हो गए, माया दे विच रहिंदिआं माया तो मुक्त हो गए। जिन्हां दे उत्ते वाहिगुरू दी कृपा हुई, जिन्हां उत्ते सतगुरु दी रहमत हो गई। सतगुरु रहमत करे, ये दया सतगुरु साडे सारियां ते करे कि साडे अंदर दी हौमै मिट जाए अते ओहदे चरनां नाल सांझ पै जाए। होईआं भुल्लां दी खिमा सतगुरु जी अते आप सरबत संगत बख्शण जोग भुल्लां ना चितारदे होए आखो जी वाहिगुरू जी का खालसा वाहिगुरू जी की फतेह।